ਸਾਡੀ ਰਸਨਾ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਬਖਸ਼ਿਸ਼ ਕੀਤਾ ਹੈ। ਸਾਡਾ ਮਨ ਨਾਮ ਨਾਲ ਜੋੜ ਕੇ ਤ੍ਰਿਪਤ ਕਰ ਦਿੱਤਾ ਹੈ ਤੇ ਸ਼ਬਦ ਨਾਲ ਜੋੜ ਕੇ ਸਾਨੂੰ ਸਦਾ ਆਤਮਿਕ ਸੁਖ ਦੇ ਦਿੱਤਾ। ਐਸੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਤਿਗੁਰੂ ਤੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ। ਵਿਸਰਾਮ ਦੇ ਕੇ ਹਾਜ਼ੂਰ ਫਰਮਾਉਂਦੇ ਹਨ। ਅੱਖੀ ਸੰਤੋਖੀਆਂ ਏਕ ਲਿਵ ਲਾਏ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੱਖਾਂ ਨੂੰ ਸੰਤੋਖ ਆ ਗਿਆ। ਕਦੋਂ? ਜਦੋਂ ਇੱਕ ਨਾਲ ਲਿਵ ਲੱਗੀ। ਉਹਨਾਂ ਚਿਰ ਇਹਨਾਂ ਅੱਖਾਂ ਨੂੰ ਸੰਤੋਖ ਨਹੀਂ ਜਿੰਨਾ ਚਿਰ ਇਹ ਬਾਹਰੀ ਵੇਖਦੀਆਂ ਨੇ। ਜਿੰਨਾ ਚਿਰ ਇੱਕ ਨਾਲ ਇਹਨਾਂ ਦੀ ਲਿਵ ਨਹੀਂ ਲੱਗਦੀ ਉਹਨਾਂ ਚਿਰ ਸਾਧ ਸੰਗਤ ਜੀ ਅੱਖਾਂ ਨੂੰ ਸੰਤੋਖ ਨਹੀਂ, ਅੱਖਾਂ ਨੂੰ ਤ੍ਰਿਪਤੀ ਨਹੀਂ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਸੰਸਾਰ ਦੇ ਬਹੁਤ ਸਾਰੇ ਰੰਗ ਤਮਾਸ਼ੇ ਕੌਤਕ ਵੇਖ ਕੇ ਇਹਨਾਂ ਅੱਖਾਂ ਨੂੰ ਤ੍ਰਿਪਤੀ ਨਹੀਂ। ਇਸੇ ਤਰ੍ਹਾਂ ਪਰਾਏ ਰੂਪ ਨੂੰ, ਪਰਾਏ ਧਨ ਨੂੰ ਵੇਖ ਕਰਕੇ ਵੀ ਇਹਨਾਂ ਅੱਖਾਂ ਨੂੰ ਤ੍ਰਿਪਤੀ ਨਹੀਂ ਆਈ। ਤ੍ਰਿਪਤੀ ਕਦੋਂ ਆਉਂਦੀ ਹੈ? ਜਦੋਂ ਇੱਕ ਨਾਲ ਲਿਵ ਲੱਗ ਜਾਵੇ। ਅੱਖੀਂ ਪ੍ਰੇਮ ਸੰਦੇਸਰਾ। ਜਦੋਂ ਸਾਧ ਸੰਗਤ ਜੀ ਉਸ ਪਿਆਰੇ ਦਾ ਸੰਦੇਸ਼ ਪ੍ਰਾਪਤ ਹੋਵੇ ਤੇ ਅੱਠੇ ਪੈਰ ਇਹ ਅੱਖਾਂ ਉਹਦੇ ਨਾਲ ਜੁੜੀਆਂ ਰਹਿਣ, ਫਿਰ ਇਹਨਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਅੱਖਾਂ ਦੇ ਬਾਰੇ ਵੀ ਬਹੁਤ ਵਾਰ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ। ਸਾਧ ਸੰਗਤ ਜੀ, ਜਦੋਂ ਨਾਮ ਨਾਲ ਅਥਵਾ ਪਰਮੇਸ਼ਰ ਨਾਲ ਇਹਨਾਂ ਅੱਖਾਂ ਦੀ ਲਿਵ ਜੁੜ ਜਾਂਦੀ ਹੈ ਨਾ, ਤੇ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਅੱਖਾਂ ਦੇ ਵਿੱਚ ਤਬਦੀਲੀ ਆ ਜਾਂਦੀ ਹੈ। ਫਿਰ ਇਹ ਅੱਖਾਂ ਇਉਂ ਨਹੀਂ ਤੱਕਦੀਆਂ ਵੀ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਹੈ, ਇਹ ਬਗਾਨਾ ਹੈ, ਇਹ ਮੇਰਾ ਆਪਣਾ ਹੈ। ਨਹੀਂ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਤਾਂ ਐਸੀ ਅਵਸਥਾ ਬਣ ਜਾਂਦੀ ਹੈ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਫਿਰ ਤਾਂ ਸਾਧ ਸੰਗਤ ਜੀ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਨੂੰ ਹੀ ਜਾਣਦਾ ਹੈ। ਇਹ ਸਾਰਾ ਜੋ ਕੁਝ ਵੀ ਹੈ ਪਸਾਰਾ ਇਹ ਉਸੇ ਦਾ ਹੀ ਰੂਪ ਹੈ। ਸਾਰਿਆਂ ਦੇ ਅੰਦਰ ਉਹ ਪਰਮੇਸ਼ਰ ਆਪ ਵਸਦਾ ਹੈ। ਪਰ ਇਹ ਤਾਂ ਹੀ ਪਤਾ ਲੱਗੇਗਾ ਜਦੋਂ ਅੱਖਾਂ ਇੱਕ ਨਾਲ ਜੁੜ ਜਾਣਗੀਆਂ। ਭਗਤ ਸੂਰਦਾਸ ਜੀ ਦੇ ਬਾਰੇ ਆਪਾਂ ਕਈ ਵਾਰ ਵਿਦਵਾਨਾਂ ਦੇ ਪਾਸੋਂ ਸੁਣਦੇ ਹਾਂ ਕਿ ਉਹਨਾਂ ਨੇ ਇੱਕ ਨੂੰ ਆਪਣੀਆਂ ਅੱਖਾਂ ਵਿੱਚ ਵਸਾ ਕੇ ਤੇ ਅੱਖਾਂ ਦੇ ਉੱਤੇ ਸਲਾਈ ਫੇਰ ਲਈ ਸੀ ਇਹ ਅੱਖਾਂ ਹੋਰ ਕਿਸੇ ਨੂੰ ਨਾ ਵੇਖਣ। ਇਹਨਾਂ ਅੱਖਾਂ ਦੇ ਵਿੱਚ ਇੱਕੋ ਹੀ ਵਸੇ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਉਹ ਜੀਵ ਇਸਤਰੀਆਂ ਸੁਹਾਗਵੰਤੀਆਂ ਨੇ ਜਿਨ੍ਹਾਂ ਦੀਆਂ ਅੱਖਾਂ ਹੋਰ ਵੱਲੇ ਨਹੀਂ ਤੱਕਦੀਆਂ, ਪਰ ਜਿਨ੍ਹਾਂ ਦੀਆਂ ਅੱਖਾਂ ਨੂੰ ਹੋਰ ਹੋਰ ਝਾਕ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਅੱਖਾਂ ਨੂੰ ਰੱਜ ਨਹੀਂ ਆਉਂਦਾ।
ਉਹਨਾਂ ਅੱਖਾਂ ਨੂੰ ਤ੍ਰਿਪਤੀ ਨਹੀਂ ਆਉਂਦੀ, ਪਰ ਜਿਨ੍ਹਾਂ ਅੱਖਾਂ ਨੇ ਗੁਰੂ ਦੇ ਦਰਸ਼ਨ ਕਰ ਲਏ, ਸਾਧ ਸੰਗਤ ਜੀ, ਉਹਨਾਂ ਅੱਖਾਂ ਦੀ ਗੁਰੂ ਨਾਲ ਲਿਵ ਲੱਗ ਗਈ, ਪਰਮੇਸ਼ਰ ਨਾਲ ਲਿਵ ਲੱਗ ਗਈ ਤੇ ਸੰਤੋਖ ਆ ਗਿਆ। ਹੁਣ ਉਹਨਾਂ ਅੱਖਾਂ ਨੂੰ ਵਾਰ-ਵਾਰ ਬਾਹਰ ਨਹੀਂ ਵੇਖਣਾ ਪੈਂਦਾ। ਗੁਰਮੁਖੋ, ਭਾਈ ਤਿਲਕੂ ਜੀ ਗੜ੍ਹ ਸ਼ੰਕਰ ਦੇ ਰਹਿਣ ਵਾਲੇ, ਜਿਹੜੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਨ ਪਿਆਰੇ ਗੁਰਸਿੱਖ ਸਨ, ਇਹਨਾਂ ਦੀਆਂ ਅੱਖਾਂ ਇੱਕ ਨਾਲ ਜੁੜੀਆਂ ਹੋਈਆਂ ਸੀ। ਗੜ੍ਹ ਸ਼ੰਕਰ ਦਾ ਰਹਿਣ ਵਾਲਾ ਮਹੇਸ਼ਾ ਜੋਗੀ, ਉਹਨੇ ਮੁਕਤੀ ਦੀ ਗੁਹਾਰ ਲਾਈ ਹੋਈ ਸੀ ਕਿ ਜਿਹੜਾ ਮੇਰੇ ਕੋਲ ਆਵੇਗਾ ਉਹ ਮੁਕਤ ਹੋ ਜਾਵੇਗਾ, ਮੈਂ ਉਹਨੂੰ ਮੁਕਤੀ ਦੇਵਾਂਗਾ। ਸਾਰੇ ਪਿੰਡ ਦੇ ਲੋਕ ਵੇਖੋ ਵੇਖੀ ਚਲੇ ਗਏ, ਪਰ ਇੱਕ ਗੁਰੂ ਕਾ ਸਿੱਖ ਨਹੀਂ ਸੀ ਗਿਆ। ਉਹਨੇ ਜੋਗੀ ਨੇ ਪੁੱਛਿਆ ਵੀ ਕੋਈ ਰਹਿ ਤਾਂ ਨਹੀਂ ਗਿਆ? ਕਹਿਣ ਲੱਗੇ ਜੀ ਭਾਈ ਤਿਲਕੂ ਨਹੀਂ ਆਇਆ। ਉਹਨੇ ਆਪਣੇ ਚੇਲੇ ਬਾਲ ਕੇ ਭੇਜੇ, ਭਾਈ ਸਾਹਿਬ ਜੀ ਨੇ ਦਰਵਾਜ਼ਾ ਬੰਦ ਕਰ ਲਿਆ, ਆਵਾਜ਼ ਹੀ ਨਹੀਂ ਦਿੱਤੀ। ਉਹਨੇ ਆਪਣੀ ਤਾਂਤਰਿਕ ਸ਼ਕਤੀ ਦੇ ਨਾਲ ਵੀ ਕਈ ਕੁਝ ਕੀਤਾ, ਪਰ ਗੁਰੂ ਕਾ ਸਿੱਖ ਅਡੋਲ ਬੈਠਾ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ। ਆਖਰ ਉਹ ਆਪ ਚੱਲ ਕੇ ਆਇਆ, ਤੇ ਜਦੋਂ ਉਹਨੇ ਗੁਰੂ ਦਾ ਵਾਸਤਾ ਪਾਇਆ ਤੇ ਭਾਈ ਸਾਹਿਬ ਜੀ ਨੇ ਦਰਵਾਜ਼ਾ ਖੋਲ੍ਹਿਆ, ਤੇ ਸਾਧ ਸੰਗਤ ਜੀ, ਉਹ ਮਹੇਸ਼ਾ ਜੋਗੀ ਭਾਈ ਤਿਲਕੂ ਜੀ ਨੂੰ ਕਹਿਣ ਲੱਗਾ, ਮੈਂ ਮੁਕਤੀ ਵੰਡ ਰਿਹਾ ਹਾਂ, ਤੁਸੀਂ ਆਏ ਨਹੀਂ, ਕਾਰਨ ਕੀ? ਭਾਈ ਸਾਹਿਬ ਜੀ ਨੇ ਕਿਹਾ, ਮੈਨੂੰ ਇੱਕ ਤੋਂ ਮੁਕਤੀ ਦੀ ਪ੍ਰਾਪਤੀ ਹੋਈ ਹੈ, ਮੈਨੂੰ ਹੋਰ ਵਾਰ-ਵਾਰ ਮੁਕਤੀ ਦੀ ਲੋੜ ਨਹੀਂ। ਜੋਗੀ ਨੇ ਪੁੱਛਿਆ, ਤੁਹਾਡਾ ਗੁਰੂ ਕੌਣ ਹੈ? ਭਾਈ ਸਾਹਿਬ ਜੀ ਕਹਿਣ ਲੱਗੇ, ਮੇਰਾ ਗੁਰੂ ਗੁਰੂ ਅਰਜਨ ਸਾਹਿਬ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਤੇ ਉਹ ਮਹੇਸ਼ਾ ਜੋਗੀ ਵੀ ਸਿੱਖ ਬਣ ਗਿਆ। ਸਾਧ ਸੰਗਤ, ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਬਿਰਤੀ ਟਿਕਾਓ ਵਿੱਚ ਆ ਜਾਂਦੀ ਹੈ, ਪਰਮੇਸ਼ਰ ਦੇ ਨਾਮ ਨਾਲ ਜੁੜ ਕੇ, ਉਹਨਾਂ ਦੀਆਂ ਅੱਖਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ। ਉਹ ਵਾਰ-ਵਾਰ ਹੋਰ ਕਿਸੇ ਵੱਲੇ ਨਹੀਂ ਝਾਕਦੇ ਵੀ ਇੱਧਰ ਵੀ ਝਾਕਿਆ, ਉੱਧਰ ਵੀ ਝਾਕਿਆ। ਸਤਿਗੁਰੂ ਜੀ ਕਹਿੰਦੇ ਨਹੀਂ, ਉਹ ਹੋਰ ਕਿਸੇ ਵੱਲ ਵੇਖਦੇ ਨਹੀਂ। ਅੱਖੀਂ ਸੰਤੋਖੀਆਂ ਏਕ ਲਿਵ ਲਾਏ, ਇੱਕ ਵਾਹਿਗੁਰੂ ਦੇ ਨਾਲ ਲਿਵ ਲਾ ਕਰਕੇ, ਗੁਰੂ ਚਰਨਾਂ ਨਾਲ ਆਪਣੀ ਬਿਰਤੀ ਜੋੜ ਕੇ, ਇਹਨਾਂ ਅੱਖਾਂ ਨੂੰ ਸੰਤੋਖ ਪ੍ਰਾਪਤ ਹੋਇਆ ਹੈ। ਮਨ ਸੰਤੋਖਿਆ ਦੂਜਾ ਭਾਉ ਗਵਾਏ। ਸਾਧ ਸੰਗਤ ਜੀ, ਮਨ ਨੂੰ ਸੰਤੋਖ ਤਾਂ ਆਵੇਗਾ ਜਦੋਂ ਦਵੈਤ ਭਾਵ ਅੰਦਰੋਂ ਚਲੇ ਜਾਵੇਗੀ। ਦੂਜਾ ਭਾਵ ਦਾ ਅਰਥ ਵਿਦਵਾਨਾਂ ਨੇ ਕੀਤਾ ਮਾਇਆ ਦਾ ਪਿਆਰ, ਪਦਾਰਥਾਂ ਦੀ ਤ੍ਰਿਸ਼ਨਾ। ਜਿੰਨਾ ਚਿਰ ਮਨ ਅੰਦਰ ਪਦਾਰਥਾਂ ਦੀ ਤ੍ਰਿਸ਼ਨਾ ਹੈ, ਦਵੈਤ ਭਾਵ ਹੈ, ਮਾਇਆ ਨਾਲ ਮੋਹ ਹੈ, ਉਹਨਾਂ ਚਿਰ ਮਨ ਨੂੰ ਸੰਤੋਖ ਨਹੀਂ। ਮਨ ਵੀ ਭੱਜਾ ਫਿਰਦਾ ਹੈ। ਸਾਧ ਸੰਗਤ ਜੀ, ਕਦੇ ਦੇਸ਼ ਜਾਂਦਾ ਹੈ, ਕਦੇ ਵਿਦੇਸ਼ ਜਾਂਦਾ ਹੈ, ਕਦੇ ਕਿਸੇ ਦੇ ਧਨ ਵੱਲੇ ਵੇਖਦਾ ਹੈ, ਕਦੇ ਕਿਸੇ ਦੇ ਧਨ ਵੱਲੇ ਵੇਖਦਾ ਹੈ, ਕਿਉਂਕਿ ਤ੍ਰਿਪਤੀ ਨਹੀਂ ਨਾ। ਜਿੰਨਾ ਚਿਰ ਤ੍ਰਿਪਤੀ ਨਹੀਂ, ਉਹਨਾਂ ਚਿਰ ਮਨ ਦੌੜਿਆ ਫਿਰਦਾ ਹੈ। ਪਰ ਜਦੋਂ ਗੁਰੂ ਸ਼ਬਦ ਨਾਲ ਜੁੜ ਕੇ ਦੂਜਾ ਭਾਵ, ਦਵੈਤ ਭਾਵ ਚਲੀ ਜਾਵੇ, ਇਹਨਾਂ ਪਦਾਰਥਾਂ ਦੀ ਤ੍ਰਿਸ਼ਨਾ ਖਤਮ ਹੋ ਜਾਵੇ, ਤੇ ਮਨ ਸੰਤੋਖਿਆ ਜਾਂਦਾ ਹੈ, ਮਨ ਟਿਕ ਜਾਂਦਾ ਹੈ, ਮਨ ਟਿਕਾਓ ਵਿੱਚ ਆ ਜਾਂਦਾ ਹੈ। ਜਿੰਨਾ ਚਿਰ ਮਨ ਟਿਕਾਓ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਮਨੁੱਖ ਦੇ ਇੰਦਰੇ ਵੀ ਟਿਕਾਓ ਵਿੱਚ ਨਹੀਂ।
ਕੰਨ ਵੀ ਨਿੰਦਿਆ ਚੁਗਲੀ ਸੁਣਨ ਵਾਲੇ ਪਾਸੇ ਤੁਰੇ ਰਹਿੰਦੇ ਨੇ। ਰਸਨਾ ਵੀ ਸਾਧ ਸੰਗਤ ਜੀ ਬੋਲਣ ਵਾਲੇ ਪਾਸੇ ਤੁਰੀ ਫਿਰਦੀ ਹੈ। ਅੱਖਾਂ ਵੀ ਪਰਾਏ ਧਨ ਤੇ ਪਰਾਏ ਰੂਪ ਨੂੰ ਤੱਕਦੀਆਂ ਰਹਿੰਦੀਆਂ ਨੇ। ਪਰ ਜਦੋਂ ਮਨ ਟਿਕਾਓ ਵਿੱਚ ਆ ਜਾਵੇ, ਮਨ ਨੂੰ ਸੰਤੋਖ ਆ ਜਾਵੇ, ਸਤਿਗੁਰੂ ਜੀ ਕਹਿੰਦੇ ਉਸ ਵੇਲੇ ਇਹ ਸਾਰੇ ਇੰਦਰੇ ਵੀ ਥਾਂ ਪਰ ਥਾਂ ਟਿਕ ਜਾਂਦੇ ਨੇ। ਫਿਰ ਭਾਵੇਂ ਕੋਈ ਕਿੰਨਾ ਵੀ ਲਾਲਚ ਦੇਵੇ, ਉਹਦੇ ਲਾਲਚ ਨੂੰ ਵੀ ਠੁਕਰਾ ਦਿੰਦਾ ਹੈ। ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹਾਜ਼ੂਰੀ ਕੀਰਤਨੀਏ ਭਾਈ ਸੰਤਾ ਸਿੰਘ, ਜਿਨ੍ਹਾਂ ਨੇ ਸਾਧ ਸੰਗਤ ਜੀ ਐਸੇ ਲਾਲਚ ਨੂੰ ਠੁਕਰਾ ਦਿੱਤਾ ਸੀ। ਅੱਜ ਦੇ ਸਾਡੇ ਕਈ ਰਾਗੀ ਪਖੰਡੀਆਂ ਦੇ ਪਾਸ ਵੀ ਤੁਰੇ ਫਿਰਦੇ ਨੇ, ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਦੇ ਦਰ ਤੋਂ ਤ੍ਰਿਪਤੀ ਨਹੀਂ ਆਈ, ਉਹਨਾਂ ਨੂੰ ਹੋਰ ਕਿਤੇ ਤ੍ਰਿਪਤੀ ਨਹੀਂ ਆ ਸਕਦੀ, ਉਹਨਾਂ ਨੂੰ ਕਿਤੇ ਰੱਜ ਨਹੀਂ ਆ ਸਕਦਾ। ਜਿਨ੍ਹਾਂ ਦੀ ਝੋਲੀ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚੋਂ ਨਹੀਂ ਭਰੀ, ਸਾਧ ਸੰਗਤ ਜੀ ਉਹਨਾਂ ਦੀ ਝੋਲੀ ਹੋਰ ਕਿਤੇ ਉਹ ਨਹੀਂ ਭਰ ਸਕਦੀ, ਨਾ ਹੀ ਭਰੇਗੀ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਮਨ ਨੂੰ ਸੰਤੋਖ ਆਇਆ, ਉਹਨਾਂ ਨੂੰ ਰਾਜਿਆਂ ਨੇ ਲਾਲਚ ਵੀ ਦਿੱਤਾ ਵੀ ਮੰਗੋ ਜੋ ਕੁਝ ਚਾਹੀਦਾ ਹੈ। ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸੀ, ਕੀ ਮੰਗੀਏ ਤੇਰੇ ਤੋਂ, ਤੂੰ ਤੇ ਆਪ ਗੁਰੂ ਰਾਮਦਾਸ ਜੀ ਦਾ ਮੰਗਤਾ ਹੈ, ਅਸੀਂ ਤੇਰੇ ਤੋਂ ਕੀ ਮੰਗੀਏ। ਪਰ ਸਾਡੀ ਕੁਝ ਆਦਤ ਇਹੋ ਜੀ ਬਣ ਗਈ ਹੈ, ਸੱਚੇ ਮਾਲਕ ਨੂੰ ਛੱਡ ਕਰਕੇ ਅਸੀਂ ਮੰਗਤਿਆਂ ਦੇ ਪਾਸੋਂ ਮੰਗਣ ਵਾਸਤੇ ਤੁਰ ਪੈਨੇ। ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਨ ਨੂੰ ਤਾਂ ਹੀ ਸੰਤੋਖ ਪ੍ਰਾਪਤ ਹੋਵੇਗਾ ਜਦੋਂ ਇਹਦੇ ਅੰਦਰੋਂ ਦਵੈਤ ਭਾਵ ਚਲੇ ਜਾਵੇ। ਜਦੋਂ ਗੁਰੂ ਤੇ ਪਰਪੱਕ ਭਰੋਸਾ ਵੱਜ ਗਿਆ ਵੀ ਜੋ ਕੁਝ ਲੈਣਾ ਮੈਂ ਉਹ ਗੁਰੂ ਦੇ ਪਾਸੋਂ ਹੀ ਲੈਣਾ ਹੈ, ਜੋ ਕੁਝ ਮੰਗਣਾ ਉਹ ਗੁਰੂ ਦੇ ਪਾਸੋਂ ਹੀ ਮੰਗਣਾ ਹੈ। ਜਦੋਂ ਪਰਪੱਕ ਭਰੋਸਾ ਵੱਜ ਗਿਆ ਗੁਰਮੁਖੋ, ਸਤਿਗੁਰੂ ਜੀ ਕਹਿੰਦੇ ਫਿਰ ਮਨ ਨੂੰ ਸੰਤੋਖ ਆ ਜਾਵੇਗਾ ਤੇ ਗੁਰੂ ਦਿੰਦਾ ਵੀ ਸਭ ਕੁਝ ਹੈ। ਜਿਨ੍ਹਾਂ ਨੇ ਭਰੋਸਾ ਰੱਖਿਆ ਉਹਨਾਂ ਨੇ ਇਸ ਘਰ ਵਿੱਚੋਂ ਸਭ ਕੁਝ ਪ੍ਰਾਪਤ ਕੀਤਾ। ਭਾਈ ਆਦਮ ਵਰਗੇ ਜਿਨ੍ਹਾਂ ਦੇ ਕੇਸ ਚਿੱਟੇ ਹੋ ਗਏ ਸੀ, ਉਹਨਾਂ ਨੂੰ ਵੀ ਇਸ ਘਰ ਵਿੱਚੋਂ ਖੈਰ ਪਈ। ਸਾਧ ਸੰਗਤ ਜੀ ਵੱਡੇ ਵੱਡੇ ਭਿਖਾਰੀ ਜਿਹੜੇ ਇੱਥੇ ਆਏ ਉਹ ਰਾਜੇ ਬਣ ਕੇ ਗਏ, ਇਸ ਮਾਲਕ ਦੇ ਘਰ ਵਿੱਚ ਕੀ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਸੰਤੋਖਿਆ ਦੂਜਾ ਭਾਉ ਗਵਾਏ। ਜਿੰਨਾ ਚਿਰ ਦਵੈਤ ਭਾਵ ਨਹੀਂ ਗਵਾਚਦੀ, ਦੁਬਦਾ ਈਰਖਾ ਵਖੀਲੀ ਨਹੀਂ ਛੱਡਦੇ ਅਸੀਂ, ਉਹਨਾਂ ਚਿਰ ਮਨ ਨੂੰ ਸੰਤੋਖ ਨਹੀਂ। ਕਿਉਂਕਿ ਜਿਹਦੇ ਨਾਲ ਅਸੀਂ ਈਰਖਾ ਕਰਦੇ ਆ ਨਾ, ਜੇ ਕਿਤੇ ਉਹ ਸਾਡੇ ਸਾਹਮਣੇ ਆ ਜਾਵੇ ਤੇ ਮਨ ਹੋਰ ਤੜਫਦਾ ਹੈ, ਮਨ ਟਿਕਾਓ ਵਿੱਚ ਨਹੀਂ ਰਹਿੰਦਾ, ਮਨ ਸਗੋਂ ਹੋਰ ਤੜਫਾਓ ਵਿੱਚ ਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰੂ ਸ਼ਬਦ ਨਾਲ ਜੁੜ ਕੇ ਦਵੈਤ ਭਾਵ ਨੂੰ ਆਪਣੇ ਅੰਦਰੋਂ ਗਵਾ। ਜਿਨ੍ਹਾਂ ਨੇ ਗਵਾ ਲਿਆ ਭਾਈ, ਉਹਨਾਂ ਦੇ ਮਨ ਨੂੰ ਸੰਤੋਖ ਆ ਗਿਆ ਹੈ, ਮਨ ਟਿਕਾਓ ਵਿੱਚ ਆ ਗਿਆ ਹੈ। ਦੇਹ ਸਰੀਰ ਸੁਖ ਹੋਵੇ, ਸ਼ਬਦ ਹਰ ਨਾਏ। ਸਾਧ ਸੰਗਤ ਜੀ ਵਿਦਵਾਨਾਂ ਨੇ ਦੇਹ ਦਾ ਅਰਥ ਵੀ ਸਰੀਰ ਕੀਤਾ ਹੈ ਤੇ ਸਰੀਰ ਦਾ ਅਰਥ ਵੀ ਸਰੀਰ ਕੀਤਾ ਹੈ। ਪਰ ਕੁਝ ਵਿਦਵਾਨਾਂ ਨੇ ਇਹਦਾ ਇਉਂ ਵੀ ਅਰਥ ਕੀਤਾ ਹੈ, ਦੇਹ ਦਾ ਅਰਥ ਕੀਤਾ ਹੈ ਵੀ ਦੇਣਾ ਕਰ। ਹੇ ਅਕਾਲ ਪੁਰਖ, ਕਿਰਪਾ ਕਰਕੇ ਸਾਨੂੰ ਸ਼ਬਦ ਹਰ ਨਾਏ, ਵਾਹਿਗੁਰੂ ਦਾ ਨਾਮ ਰੂਪੀ ਸ਼ਬਦ ਬਖਸ਼ਿਸ਼ ਕਰ, ਤਾਂ ਕਿ ਸਾਡੇ ਸਰੀਰ ਨੂੰ ਸੁਖ ਦੀ ਪ੍ਰਾਪਤੀ ਹੋਵੇ। ਸਾਧ ਸੰਗਤ ਜੀ,
ਸੁਖ ਦੀ ਪ੍ਰਾਪਤੀ ਸਰੀਰ ਨੂੰ ਤਾਂ ਹੀ ਹੋਵੇਗੀ ਜੇ ਸਾਡੇ ਪੱਲੇ ਪਰਮੇਸ਼ਰ ਦਾ ਨਾਮ ਹੋਵੇਗਾ, ਗੁਰੂ ਦਾ ਸ਼ਬਦ ਹੋਵੇਗਾ, ਤੇ ਤਾਂ ਸਰੀਰ ਜਿਹੜਾ ਇਹ ਸਾਡਾ ਸੁਖੀ ਹੋਵੇਗਾ। ਅਸੀਂ ਕਈ ਵਾਰ ਕਹਿ ਦਿੰਦੇ ਵੀ ਮੇਰਾ ਸਰੀਰ ਬੜਾ ਦੁਖੀ ਹੈ, ਮੇਰਾ ਸਰੀਰ ਕੰਮ ਨਹੀਂ ਕਰਦਾ। ਕਾਰਨ ਸਾਡੇ ਕੋਲ ਨਾ ਤਾਂ ਪਰਮੇਸ਼ਰ ਦਾ ਨਾਮ ਹੀ ਹੈ ਤੇ ਨਾ ਗੁਰੂ ਸ਼ਬਦ ਹੀ ਹੈ। ਜਿੰਨਾ ਚਿਰ ਅਸੀਂ ਉਸ ਬ੍ਰਹਮ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜਦੇ, ਉਹਨਾਂ ਚਿਰ ਇਸ ਸਰੀਰ ਨੂੰ ਵੀ ਸੁਖ ਦੀ ਪ੍ਰਾਪਤੀ ਨਹੀਂ। ਇਹ ਸਰੀਰ ਵੀ ਸਾਧ ਸੰਗਤ ਜੀ ਅੱਠੇ ਪੈਰ ਦੌੜਿਆ ਰਹਿੰਦਾ ਹੈ ਤੇ ਦੁਖੀ ਰਹਿੰਦਾ ਹੈ। ਦੇਹ ਸਰੀਰ ਸੁਖ ਹੋਵੇ, ਸ਼ਬਦ ਹਰਿ ਨਾਏ। ਸਤਿਗੁਰੂ ਜੀ ਕਹਿੰਦੇ ਇਸ ਦੇਹ ਨੂੰ, ਇਸ ਸਰੀਰ ਨੂੰ ਤਾਂ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੋਵੇਗੀ ਜਦੋਂ ਇਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਅਥਵਾ ਸ਼ਬਦ ਵਿੱਚ ਜੁੜ ਜਾਵੇਗਾ, ਤਾਂ ਭਾਈ ਇਸ ਸਰੀਰ ਨੂੰ ਸੁਖ ਹੋਵੇਗਾ। ਨਾਮ ਪਰਮਲ ਹਿਰਦੈ ਰਹਿਆ ਸਮਾਈ। ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਪਰਮਲ। ਪਰਮਲ ਦਾ ਅਰਥ ਹੈ ਸੁਗੰਧੀ। ਨਾਮ ਜਿਹੜਾ ਹੈ ਇਹ ਇੱਕ ਸੁਗੰਧੀ ਹੈ। ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਜਾਂਦਾ ਹੈ ਉਹਨਾਂ ਪਾਸੋਂ ਸਦਾ ਹੀ ਨਾਮ ਦੀ ਸੁਗੰਧੀ ਆਉਂਦੀ ਹੈ। ਜਿਵੇਂ ਆਪਾਂ ਕਈ ਵਾਰ ਫੁੱਲਾਂ ਦੇ ਬਗੀਚੇ ਕੋਲੋਂ ਲੰਘਦੇ ਹਾਂ ਤੇ ਉੱਥੇ ਫੁੱਲਾਂ ਦੀ ਵਾਸ਼ਨਾ ਆਉਂਦੀ ਹੈ, ਸੁਗੰਧੀ ਆਉਂਦੀ ਹੈ। ਇਸੇ ਤਰ੍ਹਾਂ ਨਾਮੀਆਂ ਦੇ ਕੋਲ ਜਿਹੜੇ ਨਾਮ ਜਪਦੇ ਨੇ, ਪਰਮੇਸ਼ਰ ਨਾਲ ਇੱਕਮਿਕ ਹੋਏ ਹੋਏ ਨੇ, ਉਹਨਾਂ ਦੇ ਕੋਲ ਜਾਈਏ ਤੇ ਸਾਧ ਸੰਗਤ ਜੀ ਨਾਮ ਦੀ ਸੁਗੰਧੀ ਆਉਂਦੀ ਹੈ। ਭਾਵ ਉਹ ਨਾਮ ਸਿਮਰਨ ਤੋਂ ਬਗੈਰ ਹੋਰ ਕੋਈ ਗੱਲ ਹੀ ਨਹੀਂ ਕਰਦੇ। ਨਾਮ ਪਰਮਲ ਹਿਰਦੈ ਰਹਿਆ ਸਮਾਏ। ਨਾਮ ਦੀ ਸੁਗੰਧੀ ਉਹਨਾਂ ਦੇ ਹਿਰਦੇ ਅੰਦਰ ਸਮਾਈ ਹੋਈ ਹੈ। ਅੱਠੇ ਪੈਰ ਉਹਨਾਂ ਦੇ ਹਿਰਦੇ ਅੰਦਰ ਨਾਮ ਦੀ ਸੁਗੰਧੀ ਵਸਦੀ ਹੈ। ਨਾਨਕ ਮਸਤਕ ਜਿਸ ਵਡ ਭਾਗ। ਪਰ ਸਾਧ ਸੰਗਤ ਜੀ ਰਸਨਾ ਵਾਹਿਗੁਰੂ ਦੇ ਸਵਾਦ ਵਿੱਚ ਉਹਨਾਂ ਦੀ ਲੱਗਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਨੇ। ਮਨ ਉਹਨਾਂ ਦਾ ਹੀ ਤ੍ਰਿਪਤ ਹੁੰਦਾ ਹੈ ਜਿਨ੍ਹਾਂ ਦੇ ਵੱਡੇ ਭਾਗ ਨੇ। ਸਦਾ ਸੁਖ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਵੱਡੇ ਭਾਗ ਨੇ। ਕਿਉਂਕਿ ਵੱਡਿਆਂ ਭਾਗਾਂ ਤੋਂ ਬਗੈਰ, ਚੰਗੇ ਕਰਮਾਂ ਤੋਂ ਬਗੈਰ ਨਾ ਸੰਗਤ ਨਸੀਬ ਹੁੰਦੀ ਹੈ, ਨਾ ਗੁਰੂ ਦੇ ਦਰਸ਼ਨ ਨਸੀਬ ਹੁੰਦੇ ਨੇ, ਨਾ ਅੰਮ੍ਰਿਤ ਵੇਲਾ ਪ੍ਰਾਪਤ ਹੁੰਦਾ, ਨਾ ਅੰਮ੍ਰਿਤ ਦੀ ਦਾਤ ਹੀ ਮਿਲਦੀ ਹੈ। ਕਈ ਵਾਰ ਮਨੁੱਖ ਗੁਰੂ ਦੇ ਦਰਬਾਰ ਕੋਲੋਂ ਆ ਕੇ ਮੁੜ ਜਾਂਦਾ ਹੈ, ਆਉਂਦਾ ਵੀ ਦੂਰ ਦਰਾਡੇ ਤੋਂ ਹੋਵੇ ਤੇ ਪਰ ਸਮਾਂ ਨਹੀਂ, ਉਹ ਗੁਰੂ ਦੇ ਦਰਸ਼ਨ ਨਹੀਂ ਕਰ ਸਕਦਾ ਕਿਉਂਕਿ ਕਰਮ ਸਾਥ ਨਹੀਂ ਦੇ ਰਹੇ, ਭਾਗ ਚੰਗੇ ਨਹੀਂ, ਤਾਂ ਹੀ ਮੁੜ ਜਾਂਦਾ ਹੈ ਨਾ। ਪਰ ਸਾਧ ਸੰਗਤ ਜੀ ਉਹਨਾਂ ਦੇ ਉੱਤਮ ਭਾਗ ਹਨ ਜਿਨ੍ਹਾਂ ਦਾ ਮਸਤਕ ਗੁਰੂ ਦੇ ਚਰਨਾਂ ਨਾਲ ਛੂਹਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਉਹ ਮੱਥਾ ਧੰਤਾ ਦੇ ਜੋਗ ਹੈ ਜਿਹੜਾ ਗੁਰੂ ਚਰਨਾਂ ਨਾਲ ਲੱਗਦਾ ਹੈ। ਸਾਧ ਸੰਗਤ ਗੁਰੂ ਦੇ ਚਰਨਾਂ ਨਾਲ ਜੁੜਨ ਕਰਕੇ ਜਦੋਂ ਅਸੀਂ ਮੱਥਾ ਗੁਰੂ ਦੇ ਚਰਨਾਂ ਵਿੱਚ ਆਣ ਕੇ ਲਾਉਨੇ ਆ ਨਾ, ਉਦੋਂ ਮੱਥਾ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਹੈ।
ਸਤਿਗੁਰੂ ਜੀ ਕਹਿੰਦੇ ਨਾਨਕ ਮਸਤਕ ਜਿਸ ਵਡ ਭਾਗ, ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਨੇ ਚੰਗੇ ਕਰਮ ਹਨ। ਗੁਰ ਕੀ ਬਾਣੀ ਸਹਿਜ ਬੈਰਾਗ। ਸਾਧ ਸੰਗਤ ਜੀ, ਗੁਰੂ ਕੀ ਬਾਣੀ ਉਹਨਾਂ ਦੇ ਹਿਰਦੇ ਵਿੱਚ ਟਿਕੀ ਹੋਈ ਹੈ। ਗੁਰੂ ਕੀ ਬਾਣੀ ਪੜਨ ਸੁਣਨ ਦਾ ਉਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਜਿਨ੍ਹਾਂ ਦੇ ਮਸਤਕ ਦੇ ਵੱਡੇ ਭਾਗ ਨੇ। ਔਰ ਕਈ ਵਾਰ ਬੰਦਾ ਸਾਰਾ ਦਿਨ ਵਿਹਲਾ ਬੈਠਾ ਰਹਿੰਦਾ ਹੈ, ਗੱਪਾਂ ਤਾਂ ਮਾਰ ਲਵੇਗਾ, ਝੂਠ ਤਾਂ ਬੋਲੇਗਾ, ਪਰ ਬਾਣੀ ਪੜਨ ਨੂੰ ਜੀ ਨਹੀਂ ਕਰਦਾ। ਜੇ ਕੋਈ ਕਹੇ ਵੀ ਬਾਣੀ ਪੜਿਆ ਕਰ, 7 ਵਜਣ ਜੀ ਬਾਣੀ ਪੜ ਲਿਆ ਕਰਾਂਗੇ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰੱਖਦਾ ਹੈ। ਸਤਿਗੁਰੂ ਜੀ ਕਹਿੰਦੇ ਕਰਮ ਸਾਥ ਨਹੀਂ ਦਿੰਦੇ, ਇਸ ਕਰਕੇ ਗੁਰੂ ਕੀ ਬਾਣੀ ਨਾਲ ਵੀ ਨਹੀਂ ਜੁੜ ਸਕਦਾ, ਗੁਰੂ ਕੀ ਬਾਣੀ ਨਹੀਂ ਪੜਦਾ। ਪਰ ਜਿਨ੍ਹਾਂ ਦੇ ਵੱਡੇ ਭਾਗ ਨੇ ਸਾਧ ਸੰਗਤ ਜੀ, ਉਹ ਗੁਰੂ ਕੀ ਬਾਣੀ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਤੇ ਇਉਂ ਹੈ ਜਿਵੇਂ ਪ੍ਰਸ਼ਾਦਾ ਮਿਲ ਜਾਵੇ ਤੇ ਭੁੱਖ ਲੱਥ ਜਾਂਦੀ ਹੈ, ਜੇ ਪ੍ਰਸ਼ਾਦਾ ਨਾ ਮਿਲੇ ਤੇ ਭੁੱਖ ਸਤਾਉਂਦੀ ਹੈ। ਸਾਧ ਸੰਗਤ ਜੀ, ਜੇ ਗੁਰੂ ਕੀ ਬਾਣੀ ਨਾ ਪੜ੍ਹੀ ਜਾਵੇ ਤੇ ਉਹਨਾਂ ਨੂੰ ਗੁਰੂ ਕੀ ਬਾਣੀ ਦੀ ਭੁੱਖ ਸਤਾਉਂਦੀ ਹੈ ਕਿ ਅੱਜ ਮੈਂ ਨਿਤਨੇਮ ਨਹੀਂ ਕੀਤਾ, ਅੱਜ ਬਾਣੀ ਨਹੀਂ ਪੜ੍ਹੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੁਛ ਐਸੇ ਵੀ ਨੇ ਜਿਨ੍ਹਾਂ ਨੂੰ ਗੁਰਬਾਣੀ ਦੇ ਬਾਰੇ ਕੋਈ ਪਤਾ ਹੀ ਨਹੀਂ, ਪਰ ਗੁਰ ਕੀ ਬਾਣੀ ਸਹਿਜ ਬੈਰਾਗ, ਗੁਰੂ ਕੀ ਬਾਣੀ ਨਾਲ ਜੁੜਿਆ ਹੀ ਮਨੁੱਖ ਦੇ ਅੰਦਰ ਸਹਿਜ ਅਤੇ ਸਾਧ ਸੰਗਤ ਜੀ ਵੈਰਾਗ ਪ੍ਰਾਪਤ ਹੁੰਦਾ ਹੈ। ਇੱਕ ਤਾਂ ਵੈਰਾਗ ਹੁੰਦਾ ਹੈ ਮੰਦ ਵੈਰਾਗ। ਮੰਦ ਵੈਰਾਗ ਤੋਂ ਭਾਵ ਹੁੰਦਾ ਹੈ ਵੀ ਕਿਸੇ ਦੇ ਪਦਾਰਥ ਵੇਖ ਕੇ ਵੈਰਾਗ ਕਰੀ ਜਾਣਾ, ਕਿਸੇ ਦੇ ਧਨ ਪਦਾਰਥ ਨੂੰ ਵੇਖ ਕੇ ਹੌਕੇ ਲਈ ਜਾਣੇ, ਵੇਖਣਾ ਵੀ ਬੜਾ ਵੈਰਾਗੀ ਹੈ। ਸਾਧ ਸੰਗਤ ਜੀ, ਕਈ ਔਰਤ ਪੱਖੋਂ ਵੀ ਵੈਰਾਗੀ ਬਣ ਜਾਂਦੇ ਨੇ। ਜਿਵੇਂ ਰਾਜਾ ਭਰਤਰੀ ਦੀ ਸਾਖੀ ਆਪਾਂ ਕਈ ਵਾਰ ਸਰਵਣ ਕਰਦੇ ਹਾਂ ਵੀ ਰਾਜਾ ਭਰਤਰੀ ਜਿਹੜਾ ਸੀ ਇਹ ਆਪਣੀ ਰਾਣੀ ਦੇ ਕਾਰਨ ਹੀ ਵੈਰਾਗੀ ਬਣਿਆ। ਇਹਨੇ ਤਾਂ ਹੀ ਕੰਨ ਪੜਵਾਏ, ਮੁੰਦਰਾਂ ਪਹਿਨੀਆਂ, ਕਿਉਂਕਿ ਰਾਣੀ ਦਾ ਪਿਆਰ ਹੋਰ ਕਿਤੇ ਸੀ ਤੇ ਇਹਨੇ ਆਪਦੇ ਭਰਾ ਵਿਕਰਮਾਜੀਤ ਨੂੰ ਝਿੜਕਿਆ, ਦੇਸ਼ ਨਿਕਾਲਾ ਦੇ ਦਿੱਤਾ ਸੀ। ਪਰ ਜਦੋਂ ਇਹਨੂੰ ਪਤਾ ਲੱਗਾ ਕਿ ਮੇਰੇ ਭਰਾ ਦਾ ਕੋਈ ਗੁਨਾਹ ਨਹੀਂ, ਉਸ ਵੇਲੇ ਸਾਧ ਸੰਗਤ ਜੀ ਇਹ ਵੈਰਾਗੀ ਬਣ ਗਿਆ। ਇਹ ਮੰਦ ਵੈਰਾਗ ਹੈ। ਪਰ ਇੱਕ ਵੈਰਾਗ ਹੈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤੁਕ ਕੀ ਨਿਆਈ। ਮਨ ਵਿੱਚ ਵੈਰਾਗ ਉੱਠਦਾ, ਵਲਵਲੇ ਉੱਠਦੇ ਨੇ ਵੀ ਹੇ ਸਤਿਗੁਰੂ ਆਪ ਜੀ ਦੇ ਦਰਸ਼ਨ ਕਦੋਂ ਹੋਣਗੇ, ਕਦੋਂ ਮੈਨੂੰ ਆਪਣੇ ਗਲ ਦੇ ਨਾਲ ਲਾਓਗੇ, ਕਦੋਂ ਮੇਰੇ ਤੇ ਕਿਰਪਾ ਕਰੋਗੇ। ਇੱਕ ਐਸਾ ਵੈਰਾਗ ਸਾਧ ਸੰਗਤ ਜੀ ਮਨ ਵਿੱਚ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਵੈਰਾਗ ਗੁਰੂ ਕੀ ਬਾਣੀ ਨਾਲ ਜੁੜਿਆ ਜਿੱਥੇ ਟਿਕਾਓ ਪ੍ਰਾਪਤ ਹੁੰਦਾ ਹੈ, ਉੱਥੇ ਵੈਰਾਗ ਵੀ ਪ੍ਰਾਪਤ ਹੁੰਦਾ ਹੈ। ਗੁਰੂ ਕੀ ਬਾਣੀ ਪੜ੍ਹੀਏ ਵੈਰਾਗ ਆਵੇਗਾ। ਗੁਰੂ ਕੀ ਬਾਣੀ ਪੜਾਂਗੇ ਤੇ ਸਾਡਾ ਵੀ ਚਿੱਤ ਜਿਹੜਾ ਉਹ ਵੈਰਾਗ ਵਿੱਚ ਆ ਕੇ ਕਹੇਗਾ ਮਹਾਰਾਜ ਅਸੀਂ ਕਈ ਜਨਮਾਂ ਤੋਂ ਵਿਛੜੇ ਫਿਰਦੇ ਹਾਂ, ਕਦੋਂ ਸਾਨੂੰ ਆਪਣੇ ਗਲ ਲਾਓਗੇ, ਕਦੋਂ ਸਾਡੇ ਤੇ ਕਿਰਪਾ ਕਰੋਗੇ। ਐਸਾ ਵਿਰਾਗ ਜਿਹੜਾ ਹੈ ਸਾਧ ਸੰਗਤ ਜੀ ਉਹ ਸਾਡੇ ਅੰਦਰ ਪੈਦਾ ਹੋਵੇਗਾ। ਸਤਿਗੁਰੂ ਕਿਰਪਾ ਕਰਨ, ਅਸੀਂ ਵੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ, ਸਤਿਗੁਰੂ ਕਿਰਪਾ ਕਰੋ ਸਾਡੀ ਰਸਨਾ ਨੂੰ ਨਾਮ ਦਾ ਸਵਾਦ ਪ੍ਰਾਪਤ ਹੋਵੇ।
ਸਾਡਾ ਮਨ ਟਿਕ ਜਾਵੇ, ਸਾਡੀਆਂ ਅੱਖਾਂ ਨੂੰ ਸੰਤੋਖ ਆ ਜਾਵੇ। ਮਹਾਰਾਜ ਸਾਡੇ ਸਰੀਰ ਨੂੰ ਸਦੀਵ ਕਾਲ ਸੁਖ ਪ੍ਰਾਪਤ ਹੋਵੇ ਤੇ ਤੁਹਾਡਾ ਨਾਮ ਸਾਡੇ ਹਿਰਦੇ ਅੰਦਰ ਸਦਾ ਵਾਸਤੇ ਟਿਕਿਆ ਰਹੇ ਤੇ ਸਾਡਾ ਮਨ ਗੁਰਬਾਣੀ ਨਾਲ ਜੁੜ ਜਾਵੇ। ਇਹ ਆਪਾਂ ਵੀ ਬੇਨਤੀਆਂ ਕਰਿਆ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨਗੇ। ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਗੁਰਦੁਆਰਾ ਰਾਮਸਰ ਸਾਹਿਬ ਜੀ ਵਿਖੇ 14 ਤਰੀਕ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਣਾ ਹੈ। 14 ਦੀ ਸ਼ਾਮ ਨੂੰ ਇੱਥੇ ਹੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਦੀਵਾਨ ਸੱਜਣਗੇ। 14 ਦੀ ਸ਼ਾਮ ਦੇ ਆਪ ਸਮੂਹ ਸੰਗਤਾਂ ਨੇ ਹੁਮ ਹੁਮਾ ਕੇ ਹਾਜ਼ਰੀਆਂ ਭਰਨੀਆਂ। ਗੁਰੂ ਕੀ ਬਾਣੀ ਦਾ ਗੁਰਮਤਿ ਵਿਚਾਰਾਂ ਸੁਣ ਕੇ ਲਾਹਾ ਪ੍ਰਾਪਤ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।